ਸਰਵਾਈਕਲ ਦੀ ਪੇਨ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਫੇਸ ਕਰ ਰਹੇ ਨੇ ਤਾਂ ਦਿੱਕਤ ਬਹੁਤ ਆਉਂਦੀ ਲੋਕਾਂ ਨੂੰ ਤਾਂ ਲੋਕ ਜਿਹੜੇ ਨੇ ਕਿਸ ਤਰ੍ਹਾਂ ਉਸ ਨੂੰ ਡਾਇਗਨੋਸ ਕਰ ਸਕਦੇ ਨੇ ਜਾਂ ਕਿਹੜੀਆਂ ਪ੍ਰੋਬਲਮ ਜਿਹੜੀਆਂ ਨੇ ਕਾਰਨ ਕੀ ਬੰਦੇ ਨੇ ਇਸ ਪੇਨ ਦੇ। ਥੋੜੀ ਦੇਰ ਝੁੱਕ ਕੇ ਕੰਮ ਕਰ ਲਿਆ ਗਰਦਨ 'ਚ ਦਰਦ ਹੋ ਜਾਣਾ, ਸਾਡੀ ਮਸਲਸ ਦਾ ਸਪੈਜ਼ਮ ਚਲੇ ਜਾਣਾ, ਅਕੜੇਮਾ ਹੋ ਜਾਣਾ। ਤੀਜੀ ਚੀਜ਼ ਸਰਵਾਈਕਲ ਦੇ ਸਿੰਪਟਮਸ ਇੱਕ ਆਉਂਦਾ ਵਰਟਾਈਗੋ ਕਿ ਪੇਸ਼ੈਂਟ ਨੂੰ ਜਾਂ ਲੋਕਾਂ ਨੂੰ ਚੱਕਰ ਆਉਣ ਲੱਗ ਜਾਂਦੇ ਨੇ। ਥੋੜਾ ਜਿਹਾ ਅੱਗੇ ਝੁੱਕ ਕੇ ਕੰਮ ਕੀਤਾ ਜਾਂ ਥੋੜਾ ਜਿਹਾ ਵੀ ਕੋਈ ਕੰਮ ਕੀਤਾ ਇੱਕ ਜਗ੍ਹਾ ਤੇ ਕੰਸਨਟਰੇਟ ਹੋ ਕੇ ਤਾਂ ਸਾਨੂੰ ਚੱਕਰ ਆਉਣ ਲੱਗ ਜਾਂਦੇ ਨੇ। ਬਹੁਤ ਜ਼ਿਆਦਾ ਦੇਰ ਅੱਗੇ ਝੁੱਕ ਕੇ ਅਸੀਂ ਮੋਬਾਈਲ ਨਹੀਂ ਦੇਖਣਾ, ਬਹੁਤ ਜ਼ਿਆਦਾ ਦੇਰ ਅੱਗੇ ਝੁੱਕ ਕੇ ਅਸੀਂ ਪੜ੍ਹਨਾ ਨਹੀਂ ਹੈ। ਜੇ ਕੋਈ ਕਿਤਾਬ ਪੜ੍ਹਨੀ ਹੈ ਤਾਂ ਸਾਹਮਣੇ ਰੱਖ ਕੇ ਪੜ੍ਹਨੀ ਹੈ। ਜਾਂ ਜਿਹੜੇ ਸਟੂਡੈਂਟਸ ਨੇ ਸਾਡੇ ਕੋਲ ਬਹੁਤ ਜ਼ਿਆਦਾ ਕਾਮਨਲੀ ਇੰਜੀਨੀਅਰ ਸਟੂਡੈਂਟਸ ਜਾਂ ਜਿਹੜੇ ਆਪਦੇ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਜਿਹੜੀ ਜੌਬ ਕਰ ਰਹੇ ਨੇ ਉਹ ਸਾਰਾ ਦਿਨ ਆਪਣੇ ਕੰਪਿਊਟਰ ਤੇ ਬੈਠੇ ਰਹਿੰਦੇ ਨੇ, ਝੁੱਕ ਕੇ ਕੰਮ ਕਰਦੇ ਨੇ। ਅਗਰ ਕੋਈ ਮੇਜਰ ਸਰਵਾਈਕਲ ਦੀ ਪੇਨ ਹੁੰਦੀ ਹੈ, ਲੋਕ ਕਾਫੀ ਦੇਰ ਤੋਂ ਉਸ ਚੀਜ਼ ਨੂੰ ਫੇਸ ਕਰ ਰਹੇ ਨੇ ਤਾਂ ਤੁਸੀਂ ਉਸ ਚੀਜ਼ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕਰਦੇ ਹੋ? ਵੀ ਲੋਕਾਂ ਨੂੰ ਇਹ ਵੀ ਹੁੰਦਾ ਨਾ ਵੀ ਸਰਵਾਈਕਲ ਹੈ ਤਾਂ ਇਹ ਤਾਂ ਆਪਣੀ ਐਕਸਰਸਾਈਜ਼ ਦੇ ਨਾਲ ਹੀ ਠੀਕ ਹੋ ਸਕਦੀ ਹੈ ਕੁਝ ਵੀ। ਸਰਵਾਈਕਲ ਦੇ ਵਿੱਚ ਨਾਲ ਡਿਸਕ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਕਿ ਤੁਹਾਡੀ ਡਿਸਕ ਪ੍ਰੋਲੈਪਸ ਹੋ ਗਈ ਹੋਵੇ, ਉਹ ਅੱਗੇ ਨਰਵ ਰੂਟਸ ਨੂੰ ਕੰਪਰੈਸ ਕਰ ਰਹੀ ਹੋਵੇ। ਉਹ ਸਾਨੂੰ ਕਿਵੇਂ ਪਤਾ ਲੱਗਦਾ ਪੇਸ਼ੈਂਟ ਦੀ ਹਿਸਟਰੀ ਤੋਂ? ਉਹਦੇ ਵਿੱਚ ਕੀ ਹੁੰਦਾ, ਪੇਸ਼ੈਂਟ ਸਾਨੂੰ ਕੰਪਲੇਨ ਕਰਦੇ ਵੀ ਗਰਦਨ 'ਚ ਵੀ ਦਰਦ ਹੋ ਰਿਹਾ ਜਾਂ ਗਰਦਨ 'ਚ ਨਹੀਂ ਵੀ ਦਰਦ ਹੋ ਰਿਹਾ ਪਰ ਸਾਡੀ ਬਾਂਹ 'ਚ ਦਰਦ ਜਾ ਰਿਹਾ, ਸਾਡੇ ਹੱਥ ਸੁੰਨ ਹੋ ਜਾਂਦੇ ਨੇ। ਇੱਕ ਪਾਰਟੀਕੂਲਰ ਪੋਸਚਰ 'ਚ ਬੈਠਣ ਤੋਂ ਬਾਅਦ ਸਾਡੇ ਹੱਥ ਸੁੰਨ ਹੋਣ ਲੱਗ ਜਾਂਦੇ ਨੇ। ਇਹ ਪ੍ਰੋਬਲਮ ਡੇ ਬਾਏ ਡੇ ਵੱਧ ਰਹੀ ਹੈ। ਗਰਦਨ ਦਾ ਜਿਹੜਾ ਨਾਰਮਲ ਪੋਸਚਰ ਹੈ ਉਹ ਪਿੱਛੇ ਗਰਦਨ 'ਚ ਥੋੜਾ ਜਿਹਾ ਵੱਲ ਪੈਣਾ ਚਾਹੀਦਾ, ਹਲਕਾ ਜਿਹਾ ਡੁੰਗ ਪੈਣਾ ਚਾਹੀਦਾ। ਉਹ ਡੁੰਗ ਨੂੰ ਮੇਨਟੇਨ ਕਰਨ ਲਈ ਇੱਕ ਤਰੀਕਾ ਹੁੰਦਾ ਕਿ ਤੁਸੀਂ ਹੈਂਡ ਟੋਵਲ ਜਿਹੜਾ ਅਸੀਂ ਯੂਜ਼ ਕਰਦੇ ਹਾਂ ਉਹਨੂੰ ਪਤਲਾ ਜਿਹਾ ਰੋਲ ਕਰਕੇ ਪੈਨ ਲੱਗੇ ਗਰਦਨ ਥੱਲੇ ਰੱਖ ਲਓ। ਇੱਕ ਤੁਸੀਂ ਪਤਲਾ ਜਿਹਾ ਪਿੱਲੋ ਸਿਰ ਥੱਲੇ ਰੱਖ ਸਕਦੇ ਹੋ। ਇਹ ਦੋ ਚੀਜ਼ਾਂ ਕਰ ਦੋਗੇ ਤੁਹਾਡਾ ਜਿਹੜਾ ਪੈਨ ਵੇਲੇ ਪੋਸਚਰ ਹੈ ਗਰਦਨ ਦਾ ਬਿਲਕੁਲ ਠੀਕ ਰਹੂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਬਲੀਨ ਕੌਰ। ਇਸ ਟਾਈਮ ਅਸੀਂ ਮੌਜੂਦ ਹਾਂ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਜਿੱਥੇ ਕਿ ਸਾਰੇ ਸਪੈਸ਼ਲਿਸਟ ਡਾਕਟਰ ਤੁਹਾਡੇ ਨਾਲ ਅਸੀਂ ਰੂਬਰੂ ਕਰਵਾਏ ਨੇ। ਤਾਂ ਅੱਜ ਵੀਡੀਓ ਜਿਹੜੀ ਹੈ ਬਹੁਤ ਖਾਸ ਹੋਣ ਵਾਲੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਆਪਣੀ ਸਰਵਾਈਕਲ ਦੀ ਪੇਨ ਤੋਂ ਜਾਂ ਫਿਰ ਬੈਕ ਦੀ ਪੇਨ ਤੋਂ। ਤਾਂ ਇਸ ਵੀਡੀਓ ਦੇ ਵਿੱਚ ਸਰਵਾਈਕਲ ਦੀ ਪੇਨ ਤੋਂ ਲੈ ਕੇ ਬੈਕ ਏਕ ਤੱਕ ਸਾਰੀ ਡਿਸਕਸ਼ਨ ਆਪਾਂ ਡਾਕਟਰ ਨਾਲ ਕਰਦੇ ਹਾਂ ਵੀ ਕਾਰਨ ਕੀ ਨੇ, ਉਹਨਾਂ ਦੀ ਪ੍ਰੀਵੈਂਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਾਂ ਟ੍ਰੀਟਮੈਂਟ ਜਿਹੜਾ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਰ ਆਪਾਂ ਸਭ ਤੋਂ ਪਹਿਲਾਂ ਤਾਂ ਸਰਵਾਈਕਲ ਤੋਂ ਸ਼ੁਰੂ ਕਰਦੇ ਹਾਂ ਵੀ ਸਰਵਾਈਕਲ ਦੀ ਪੇਨ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਫੇਸ ਕਰ ਰਹੇ ਨੇ ਤਾਂ ਦਿੱਕਤ ਬਹੁਤ ਆਉਂਦੀ ਲੋਕਾਂ ਨੂੰ ਤਾਂ ਲੋਕ ਜਿਹੜੇ ਨੇ ਕਿਸ ਤਰ੍ਹਾਂ ਉਸ ਨੂੰ ਡਾਇਗਨੋਸ ਕਰ ਸਕਦੇ ਨੇ ਜਾਂ ਕਿਹੜੀਆਂ ਪ੍ਰੋਬਲਮ ਜਿਹੜੀਆਂ ਨੇ ਕਾਰਨ ਕੀ ਬੰਦੇ ਨੇ ਇਸ ਪੇਨ ਦੇ? ਦੇਖੋ ਸਰਵਾਈਕਲ ਦੀ ਪ੍ਰੋਬਲਮ ਹੈ, ਅਸੀਂ ਨਾਰਮਲ ਆਮ ਕਹਿ ਦਿੰਦੇ ਨੇ ਕਿ ਕਿਸੇ ਨੂੰ ਵੀ ਗਰਦਨ 'ਚ ਦਰਦ ਹੁੰਦਾ ਸਰਵਾਈਕਲ ਦੀ ਪ੍ਰੋਬਲਮ। ਸਰਵਾਈਕਲ ਦੀ ਪ੍ਰੋਬਲਮ ਦੇ ਕੁਝ ਮੇਨ ਸਿੰਪਟਮਸ ਨੇ ਜਿਹਦਾ ਕਿ ਇਕੱਠੇ ਹੁੰਦੇ ਨੇ ਤਾਂ ਅਸੀਂ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ। ਪਹਿਲਾ ਸਰਵਾਈਕਲ ਦੀ ਪ੍ਰੋਬਲਮ ਦਾ ਕੀ ਹੁੰਦਾ ਹੈ, ਗਰਦਨ 'ਚ ਦਰਦ ਹੋਣਾ। ਥੋੜੀ ਦੇਰ ਝੁੱਕ ਕੇ ਕੰਮ ਕਰ ਲਿਆ ਗਰਦਨ 'ਚ ਦਰਦ ਹੋ ਜਾਣਾ, ਸਾਡੀ ਮਸਲਸ ਦਾ ਸਪੈਜ਼ਮ ਚਲੇ ਜਾਣਾ, ਅਕੜੇਮਾ ਹੋ ਜਾਣਾ। ਤੀਜੀ ਚੀਜ਼ ਸਰਵਾਈਕਲ ਦੇ ਸਿੰਪਟਮਸ ਇੱਕ ਆਉਂਦਾ ਵਰਟਾਈਗੋ ਕਿ ਪੇਸ਼ੈਂਟ ਨੂੰ ਜਾਂ ਲੋਕਾਂ ਨੂੰ ਚੱਕਰ ਆਉਣ ਲੱਗ ਜਾਂਦੇ ਨੇ। ਥੋੜਾ ਜਿਹਾ ਅੱਗੇ ਝੁੱਕ ਕੇ ਕੰਮ ਕੀਤਾ ਜਾਂ ਥੋੜਾ ਜਿਹਾ ਵੀ ਕੋਈ ਕੰਮ ਕੀਤਾ ਇੱਕ ਜਗ੍ਹਾ ਤੇ ਕੰਸਨਟਰੇਟ ਹੋ ਕੇ ਤਾਂ ਸਾਨੂੰ ਚੱਕਰ ਆਉਣ ਲੱਗ ਜਾਂਦੇ ਨੇ। ਇਹ 3 ਤੋਂ 4 ਜਿਹੜੇ ਸਿੰਪਟਮਸ ਨੇ। ਜਾਂ ਕਈਆਂ ਦੇ ਮੋਢਿਆਂ 'ਚ ਦਰਦ ਜਾਣ ਲੱਗ ਜਾਂਦਾ, ਬੈਕ ਦੇ ਵਿੱਚ ਅੱਪਰ ਬੈਕ ਦੇ ਵਿੱਚ ਦਰਦ ਜਾਣ ਲੱਗ ਜਾਂਦਾ। ਇਹ ਸਾਰੇ ਸਰਵਾਈਕਲ ਦੇ ਸਿੰਪਟਮਸ ਨੇ। ਜੇ ਤੁਹਾਨੂੰ ਗਰਦਨ 'ਚ ਦਰਦ ਰਹਿ ਰਿਹਾ, ਲੋੜ ਤੋਂ ਜ਼ਿਆਦਾ ਦਰਦ ਰਹਿ ਰਿਹਾ, ਸਵੇਰੇ ਉੱਠ ਕੇ ਅੱਧੇ ਘੰਟੇ ਤੋਂ ਵੱਧ ਗਰਦਨ 'ਚ ਦਰਦ ਰਹਿ ਰਿਹਾ ਜਾਂ ਤੁਹਾਨੂੰ ਸਵੇਰੇ ਉੱਠ ਕੇ ਜਾਂ ਕੋਈ ਹਲਕੀ ਜਿਹੀ ਨੀਵੀਂ ਪਾ ਕੇ ਤੁਹਾਨੂੰ ਚੱਕਰ ਆ ਰਹੇ ਨੇ ਜਾਂ ਤੁਹਾਡੇ ਮੋਢਿਆਂ ਦੇ ਵਿੱਚ ਦਰਦ ਰਹਿ ਰਿਹਾ ਜਾਂ ਪਿੱਛੇ ਵਾਲੀ ਬੈਕ ਦੇ ਵਿੱਚ ਦਰਦ ਰਹਿ ਰਿਹਾ ਤਾਂ ਇਹ ਸਾਰੇ ਸਰਵਾਈਕਲ ਦੇ ਸਿੰਪਟਮਸ ਦੇ ਵਿੱਚ ਆਉਂਦੇ ਆ। ਜੀ ਜੀ, ਸਰਵਾਈਕਲ ਦੇ ਜਿਵੇਂ ਤੁਸੀਂ ਦੱਸਿਆ ਵੀ ਸਿੰਪਟਮਸ ਦੇ ਨਾਲ ਆਪਾਂ ਸ਼ੁਰੂਆਤ ਕਿਸ ਤਰ੍ਹਾਂ ਕਰ ਸਕਦੇ ਵੀ ਜਿਵੇਂ ਕਹਿੰਦੇ ਨਾ ਵੀ ਕਈ ਵਾਰੀ ਸਰਵਾਈਕਲ ਹੈ ਤਾਂ ਘਰ ਤੋਂ ਸ਼ੁਰੂਆਤ ਕਰਕੇ ਠੀਕ ਵੀ ਹੋ ਸਕਦੀ। ਡਾਕਟਰਸ ਕੋਲ ਜਦੋਂ ਮੇਜਰ ਪ੍ਰੋਬਲਮ ਹੋ ਜਾਵੇ ਫਿਰ ਤਾਂ ਡਾਕਟਰ ਕੋਲ ਜਾਣਾ ਹੀ ਪੈਂਦਾ। ਸ਼ੁਰੂਆਤ ਆਪਾਂ ਕਿਵੇਂ ਕਰ ਸਕਦੇ ਆ ਪ੍ਰੀਵੈਂਸ਼ਨ ਦੀ? ਦੇਖੋ ਸਰਵਾਈਕਲ ਦੀ ਟ੍ਰੀਟਮੈਂਟ ਜੇ ਅਸੀਂ ਘਰ ਹੀ ਕਰਨਾ ਚਾਹੁੰਦੇ ਹਾਂ ਤਾਂ ਬਹੁਤ ਚੰਗੀ ਗੱਲ ਹੈ। ਪਹਿਲਾਂ ਸਾਨੂੰ ਇਹਦੀ ਪ੍ਰੀਵੈਂਸ਼ਨ ਕਰਨੀ ਪਊਗੀ। ਪ੍ਰੀਵੈਂਸ਼ਨ ਕੀ ਹੈ ਕਿ ਅਸੀਂ ਇਹ ਸਿੰਪਟਮਸ ਆਉਣ ਹੀ ਨਾ ਦਈਏ। ਸਰਵਾਈਕਲ ਦੀ ਮੇਨ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਸਾਡੀ ਬੈਕ ਦੀਆਂ ਅੱਪਰ ਸਪਾਈਨ ਦੀਆਂ ਬੈਕ ਦੀ ਮਸਲਸ ਦੀ ਵੀਕਨੈਸ ਹੋ ਜਾਣੀ। ਮਸਲਸ ਵੀਕ ਕਿਵੇਂ ਹੋ ਜਾਂਦੀਆਂ ਨੇ? ਲੈਕ ਆਫ ਐਕਸਰਸਾਈਜ਼ ਕਰਕੇ। ਅਸੀਂ ਕੋਈ ਰੂਟੀਨਲੀ ਇਹਦੀ ਐਕਸਰਸਾਈਜ਼ ਨਹੀਂ ਕਰਦੇ, ਗਰਦਨ ਦੀ ਕੋਈ ਐਕਸਰਸਾਈਜ਼ ਨਹੀਂ ਕਰਦੇ ਜਿਹਦੇ ਕਰਕੇ ਸਾਡੀ ਮਸਲਸ ਹੈ ਵੀਕ ਹੋ ਜਾਂਦੀਆਂ ਨੇ। ਦੂਜੀ ਗੱਲ ਸਾਡੇ ਰੋਂਗ ਪੋਸਚਰ, ਸਾਡੇ ਬੈਠਣ ਦਾ ਉੱਠਣ ਦਾ ਰੋਂਗ ਪੋਸਚਰ। ਜ਼ਿਆਦਾ ਦੇਰ ਨੀਵੀਂ ਪਾ ਕੇ ਕਿਤਾਬ ਪੜ੍ਹਨਾ, ਜ਼ਿਆਦਾ ਦੇਰ ਨੀਵੀਂ ਪਾ ਕੇ ਪਾਠ ਕਰਨਾ ਜਾਂ ਮੋਬਾਈਲ ਜ਼ਿਆਦਾ ਦੇਰ ਨੀਵੀਂ ਪਾ ਕੇ ਪੜ੍ਹਨਾ ਦੇਖਣਾ, ਉਹਦੇ ਨਾਲ ਸਾਨੂੰ ਗਰਦਨ ਦੀਆਂ ਮਸਲਸ ਹੋਰ ਵੀਕ ਹੋ ਜਾਂਦੀਆਂ ਨੇ ਅਤੇ ਸਾਡੀ ਸਰਵਾਈਕਲ ਦੇ ਸਿੰਪਟਮ ਸ਼ੁਰੂ ਹੋ ਜਾਂਦੇ ਨੇ। ਜੇ ਅਸੀਂ ਪ੍ਰੀਵੈਂਸ਼ਨ ਚਾਹੁੰਦੇ ਹਾਂ ਤਾਂ ਇਹ ਸਾਰਾ ਕੁਝ ਸਾਨੂੰ ਕੰਟਰੋਲ ਕਰਨਾ ਪਊਗਾ। ਬਹੁਤ ਜ਼ਿਆਦਾ ਦੇਰ ਅੱਗੇ ਝੁੱਕ ਕੇ ਅਸੀਂ ਮੋਬਾਈਲ ਨਹੀਂ ਦੇਖਣਾ, ਬਹੁਤ ਜ਼ਿਆਦਾ ਦੇਰ ਅੱਗੇ ਝੁੱਕ ਕੇ ਅਸੀਂ ਪੜ੍ਹਨਾ ਨਹੀਂ ਹੈ। ਜੇ ਕੋਈ ਕਿਤਾਬ ਪੜ੍ਹਨੀ ਹੈ ਤਾਂ ਸਾਹਮਣੇ ਰੱਖ ਕੇ ਪੜ੍ਹਨੀ ਹੈ। ਜਾਂ ਜਿਹੜੇ ਸਟੂਡੈਂਟਸ ਨੇ ਸਾਡੇ ਕੋਲ ਬਹੁਤ ਜ਼ਿਆਦਾ ਕਾਮਨਲੀ ਇੰਜੀਨੀਅਰ ਸਟੂਡੈਂਟਸ ਜਾਂ ਜਿਹੜੇ ਆਪਦੇ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ
ਜਿਹੜੇ ਜੌਬ ਕਰ ਰਹੇ ਨੇ ਉਹ ਸਾਰਾ ਦਿਨ ਆਪਣੇ ਕੰਪਿਊਟਰ ਤੇ ਬੈਠੇ ਰਹਿੰਦੇ ਨੇ, ਝੁੱਕ ਕੇ ਕੰਮ ਕਰਦੇ ਨੇ, ਉਹਨਾਂ ਨੂੰ ਸਰਵਾਈਕਲ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ, ਯੰਗ ਜਨਰੇਸ਼ਨ ਨੂੰ ਸਰਵਾਈਕਲ ਦੀ ਸਭ ਤੋਂ ਜ਼ਿਆਦਾ ਪ੍ਰੋਬਲਮਸ ਆ ਰਹੀ ਹੈ। ਉਹਦੇ ਲਈ ਸਭ ਤੋਂ ਜ਼ਰੂਰੀ ਪ੍ਰੀਵੈਂਸ਼ਨ ਕੀ ਹੈ? ਟਾਈਮ। ਤੁਸੀਂ 30 ਤੋਂ 35 ਮਿੰਟ ਤੋਂ ਵੱਧ ਇੱਕ ਚੀਜ਼ 'ਤੇ ਸਟੇਅਰ ਕਰਕੇ ਨਹੀਂ ਬੈਠਣਾ। ਜੇ ਤੁਸੀਂ ਇੱਕ ਲੈਪਟਾਪ 'ਤੇ ਬਹਿਣਾ, ਕੰਪਿਊਟਰ 'ਤੇ ਕੰਮ ਕਰਨਾ ਹੈ ਤਾਂ 35 ਮਿੰਟ ਬਾਅਦ 10 ਮਿੰਟ ਲਈ ਆਪਦਾ ਪੋਸਚਰ ਚੇਂਜ ਕਰ ਲੈਣਾ ਹੈ, ਵਾਕ ਕਰ ਲੈਣੀ ਹੈ, ਜਾਂ ਮੈਂ ਕੁਝ ਐਕਸਰਸਾਈਜ਼ਸ ਦੱਸੂਗਾ ਹੁਣ, ਉਹ ਕਰਨੀਆਂ ਨੇ, ਜਿਹਦੇ ਨਾਲ ਕਿ ਤੁਹਾਡੀ ਸਰਵਾਈਕਲ ਦੀ ਪ੍ਰੋਬਲਮ ਕਦੇ ਨਹੀਂ ਹੋਏਗੀ। ਤੁਸੀਂ ਨੀਵਾਂ ਪੜ੍ਹਦੇ ਹੋ, ਤੁਸੀਂ ਪਾਠ ਕਰਦੇ ਹੋ, ਸਾਹਮਣੇ ਚੌਂਕੀ 'ਤੇ ਰੱਖ ਕੇ ਆਪਣੀ ਕਿਤਾਬ ਨੂੰ ਫੇਰ ਪਾਠ ਕਰਨਾ। ਪਲੱਸ ਕੁਝ ਐਕਸਰਸਾਈਜ਼ਸ ਦੱਸਾਂਗੇ ਜਿਹੜੀਆਂ ਕਿ ਗਰਦਨ ਦੀ ਮਸਲਸ ਨੂੰ ਸਟਰੋਂਗ ਕਰਨਗੀਆਂ। ਜੇ ਅਸੀਂ ਉਹ ਐਕਸਰਸਾਈਜ਼ਸ ਡੇਲੀ ਕਰਦੇ ਹਾਂ ਤੇ ਜਿਹੜੇ ਮੈਂ ਪ੍ਰੀਵੈਂਟਿਵ ਮੈਜ਼ਰ ਦੱਸੇ ਨੇ, ਸਾਨੂੰ ਸਰਵਾਈਕਲ ਦੀ ਪ੍ਰੋਬਲਮ ਨਹੀਂ ਤੰਗ ਕਰੇ। ਤਾਂ ਨਾਲ ਸਰ ਜਿਵੇਂ ਹੁਣ ਚਲੋ ਇਹ ਤਾਂ ਪ੍ਰੀਵੈਂਸ਼ਨ ਹੋ ਗਈ, ਜਿਹੜੀ ਆਪਾਂ ਨਾਰਮਲੀ ਜੇ ਪ੍ਰੋਬਲਮ ਥੋੜੀ ਜੀ ਹੁੰਦੀ ਹੈ ਤਾਂ ਘਰ ਤੋਂ ਠੀਕ ਕਰ ਸਕਦੇ ਹਾਂ। ਅਗਰ ਕੋਈ ਮੇਜਰ ਸਰਵਾਈਕਲ ਦੀ ਪੇਨ ਹੁੰਦੀ ਹੈ, ਲੋਕ ਕਾਫੀ ਦੇਰ ਤੋਂ ਉਸ ਚੀਜ਼ ਨੂੰ ਫੇਸ ਕਰ ਰਹੇ ਨੇ, ਤਾਂ ਤੁਸੀਂ ਉਸ ਚੀਜ਼ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕਰਦੇ ਹੋ? ਵੀ ਲੋਕਾਂ ਨੂੰ ਇਹ ਵੀ ਹੁੰਦਾ ਨਾ ਵੀ ਸਰਵਾਈਕਲ ਹੈ ਤਾਂ ਇਹ ਤਾਂ ਆਪਣੀ ਐਕਸਰਸਾਈਜ਼ ਦੇ ਨਾਲ ਹੀ ਠੀਕ ਹੋ ਸਕਦੀ ਹੈ, ਕੁਝ ਵੀ, ਉਸ ਦਾ ਟ੍ਰੀਟਮੈਂਟ ਤੁਹਾਡੇ ਵੱਲੋਂ ਕਿਸ ਤਰ੍ਹਾਂ ਕੀਤਾ ਜਾਂਦਾ? ਦੇਖੋ, ਸਰਵਾਈਕਲ ਦੇ ਜੇ ਕਿਸੇ ਨੂੰ ਪ੍ਰੋਬਲਮ ਹੈ ਉਹਦੇ ਦੋ ਕੰਪੋਨੈਂਟ ਹੁੰਦੇ ਨੇ। ਇੱਕ ਤਾਂ ਹੁੰਦਾ ਹੈ ਕਿ ਮਕੈਨੀਕਲ, ਵੀ ਸਿਰਫ ਜਿਹੜੀ ਮਸਲਸ ਦੇ ਸਪੈਜ਼ਮ ਕਰਕੇ, ਸਾਡੇ ਰੋਂਗ ਪੋਸਚਰ ਕਰਕੇ ਸਰਵਾਈਕਲ ਦਾ ਦਰਦ ਜਾ ਰਿਹਾ। ਉਹਦੇ ਵਿੱਚ ਕੀ ਹੁੰਦਾ ਹੈ? ਗਰਦਨ 'ਚ ਦਰਦ ਹੋ ਗਿਆ, ਉਹਦੇ ਵਿੱਚ ਕੀ ਚੀਜ਼ ਨਹੀਂ ਹੁੰਦੀ, ਮਤਲਬ ਉਹਦੇ ਵਿੱਚ ਹੱਥ ਸੁੰਨਪਣਾ ਨਹੀਂ ਹੁੰਦਾ, ਠੀਕ ਹੈ। ਕਈ ਵਾਰ ਪੇਸ਼ੈਂਟ ਜਿਹੜੇ ਆਉਂਦੇ ਨੇ ਉਹ ਕਹਿ ਦਿੰਦੇ ਨੇ ਕਿ ਸਾਡਾ ਹੱਥ ਸੁੰਨ ਹੋ ਰਿਹਾ ਹੈ। ਉਹ ਪੇਸ਼ੈਂਟਸ ਨੂੰ ਅੱਗੇ MRI ਇਵੈਲੂਏਸ਼ਨ ਦੀ ਜ਼ਰੂਰਤ ਪੈਂਦੀ ਹੈ। ਸਰਵਾਈਕਲ ਦੇ ਵਿੱਚ ਨਾਲ ਡਿਸਕ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਕਿ ਤੁਹਾਡੀ ਡਿਸਕ ਪ੍ਰੋਲੈਪਸ ਹੋ ਗਈ ਹੋਵੇ, ਉਹ ਅੱਗੇ ਨਰਵ ਰੂਟਸ ਨੂੰ ਕੰਪਰੈਸ ਕਰ ਰਹੀ ਹੋਵੇ। ਉਹ ਸਾਨੂੰ ਕਿਵੇਂ ਪਤਾ ਲੱਗਦਾ? ਪੇਸ਼ੈਂਟ ਦੀ ਹਿਸਟਰੀ ਤੋਂ। ਉਹਦੇ ਵਿੱਚ ਕੀ ਹੁੰਦਾ? ਪੇਸ਼ੈਂਟ ਸਾਨੂੰ ਕੰਪਲੇਨ ਕਰਦਾ ਵੀ ਗਰਦਨ 'ਚ ਵੀ ਦਰਦ ਹੋ ਰਿਹਾ, ਜਾਂ ਗਰਦਨ 'ਚ ਨਹੀਂ ਵੀ ਦਰਦ ਹੋ ਰਿਹਾ ਪਰ ਸਾਡੀ ਬਾਂਹ 'ਚ ਦਰਦ ਜਾ ਰਿਹਾ, ਸਾਡੇ ਹੱਥ ਸੁੰਨ ਹੋ ਜਾਂਦੇ ਨੇ, ਇੱਕ ਪਾਰਟੀਕੂਲਰ ਪੋਸਚਰ 'ਚ ਬੈਠਣ ਤੋਂ ਬਾਅਦ ਸਾਡੇ ਹੱਥ ਸੁੰਨ ਹੋਣ ਲੱਗ ਜਾਂਦੇ ਨੇ। ਇਹ ਪ੍ਰੋਬਲਮ ਡੇ ਬਾਏ ਡੇ ਵੱਧ ਰਹੀ ਹੈ। ਹੱਥ ਸੁੰਨ ਹੋਣਾ, ਦੋਨੇ ਬਾਹਾਂ ਸੁੰਨ ਹੋਣੀਆਂ, ਠੀਕ ਹੈ ਨਾ, ਚੱਕਰ ਜ਼ਿਆਦਾ ਆਣੇ, ਇਹ ਸਾਨੂੰ ਸ਼ੋਅ ਕਰਦੇ ਨੇ ਕਿ ਵੀ ਹਾਂ ਨਾਲ ਡਿਸਕ ਪ੍ਰੋਲੈਪਸ ਹੋ ਸਕਦੀ ਹੈ। ਇਕੱਲੀ ਐਕਸਰਸਾਈਜ਼ ਦੇ ਨਾਲ ਸ਼ਾਇਦ ਨਾ ਠੀਕ ਹੋਵੇ, ਤਾਂ ਉਹਦੇ ਲਈ MRI ਕਰਵਾਉਣੀ ਪੈਂਦੀ ਹੈ। MRI ਕਰਵਾ ਕੇ ਜੇ ਡਿਸਕ ਪ੍ਰੋਲੈਪਸ ਆਉਂਦੀ ਹੈ ਤਾਂ ਉਹਦੇ ਕੁਝ ਪ੍ਰੀਕਾਸ਼ਨਸ ਹੁੰਦੀਆਂ ਨੇ ਕਿ ਵੀ ਤੁਸੀਂ ਆਪਣੇ ਸਿਰ 'ਤੇ ਕੋਈ ਭਾਰੀ ਚੀਜ਼ ਨਹੀਂ ਚੱਕਣੀ। ਸਾਡੇ ਕੋਲ ਲੇਬਰ ਕਲਾਸ ਵੀ ਆਉਂਦੀ ਜਿਨ੍ਹਾਂ ਨੂੰ ਸਰਵਾਈਕਲ ਸਟਾਰਟ ਹੋ ਜਾਂਦਾ, ਉਹਨਾਂ ਦੀ ਸਟ੍ਰਿਕਟ ਪ੍ਰੀਕਾਸ਼ਨ ਹੁੰਦੀ ਹੈ ਕਿ ਆਪਦੇ ਸਿਰ 'ਤੇ ਕੋਈ ਭਾਰੀ ਚੀਜ਼ ਨਹੀਂ ਚੱਕਣੀ। ਭਾਰੀ ਚੀਜ਼ ਸਿਰ 'ਤੇ ਚੱਕਣ ਦੇ ਨਾਲ ਡਿਸਕ ਪ੍ਰੋਲੈਪਸ ਹੈ ਜਿਹੜੀ ਡਿਸਕ ਦੀ ਪ੍ਰੋਬਲਮ ਵੱਧਦੀ ਹੈ। ਬਾਕੀ ਮੇਜੋਰਿਟੀ 100 ਜੇ ਪੇਸ਼ੈਂਟ ਤੁਹਾਡੇ ਕੋਲ ਸਰਵਾਈਕਲ ਦੇ ਆਉਂਦੇ ਨੇ, ਉਹਦੇ 'ਚੋਂ 80 ਤੋਂ 85 ਪੇਸ਼ੈਂਟ ਦਵਾਈਆਂ ਅਤੇ ਪਰਹੇਜ਼ ਅਤੇ ਐਕਸਰਸਾਈਜ਼ ਨਾਲ ਠੀਕ ਹੋ ਸਕਦੇ ਨੇ। ਮੈਂ ਜਿਹੜੀਆਂ ਸਰਵਾਈਕਲ ਦੀ ਮੇਨ ਐਕਸਰਸਾਈਜ਼ਜ਼ ਹੈ ਉਹ ਸਾਰਿਆਂ ਨੂੰ ਇਸ ਵੀਡੀਓ ਦੇ ਦੌਰਾਨ ਦੱਸ ਦਿੰਦੇ ਹਾਂ, ਤਾਂ ਕਿ ਇਹ ਜਿਹੜੇ ਵੀ ਪੇਸ਼ੈਂਟ ਇਹ ਜਿਹੜੀ ਵੀਡੀਓ ਧਿਆਨ ਨਾਲ ਸੁਣਨਗੇ ਉਹ ਆਪਦੇ ਸਰਵਾਈਕਲ ਦਾ ਟ੍ਰੀਟਮੈਂਟ ਆਪ ਹੀ ਘਰੇ ਕਰ ਲੈਣ, ਤਾਂ ਜੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਵਾਰ ਆ ਕੇ ਦਿਖਾਉਣ ਦੀ ਲੋੜ ਨਾ ਪਵੇ। ਪਹਿਲੀ ਐਕਸਰਸਾਈਜ਼ ਸਰਵਾਈਕਲ ਦੀ ਕੀ ਹੁੰਦੀ ਹੈ? ਹੱਥ ਪਿੱਛੇ ਗਰਦਨ ਦੇ ਲਿਜਾ ਕੇ ਹੱਥ ਦੇ ਨਾਲ ਸਿਰ ਨੂੰ ਅੱਗੇ ਦੱਬਣਾ, ਸਿਰ ਰੋਕੂਗਾ। ਇਹਦੇ ਨਾਲ ਪਿੱਛੇ ਜਿਹੜੀ ਬੈਕ ਦੀ ਟ੍ਰੈਪੀਜੀਅਸ ਮਸਲ ਹੁੰਦੀ ਹੈ, ਜਿਹੜੀ ਕਿ ਮੇਨ ਆਪਣੇ ਸਿਰ ਨੂੰ, ਹੈੱਡ ਨੂੰ ਹੋਲਡ ਕਰਕੇ ਰੱਖਦੀ ਹੈ ਆਪਣੀ ਬੋਡੀ 'ਤੇ, ਉਹ ਸਟਰੋਂਗ ਹੋ ਜਾਏਗੀ। ਹੱਥ ਪਿੱਛੇ ਲਿਜਾ ਕੇ ਗਰਦਨ ਦੇ, ਹੱਥ ਦੇ ਨਾਲ ਸਿਰ ਨੂੰ ਅੱਗੇ ਦੱਬਣਾ, ਸਿਰ ਰੋਕ ਕੇ ਰੱਖੂਗਾ। ਇਸ ਤਰ੍ਹਾਂ 30 ਤੱਕ ਕਾਊਂਟ ਕਰਨਾ, ਫਿਰ ਛੱਡ ਦੇਣਾ। 10 ਰੈਪੀਟੀਸ਼ਨਸ ਮਾਰਨਿੰਗ 'ਚ, 10 ਰੈਪੀਟੀਸ਼ਨਸ ਈਵਨਿੰਗ 'ਚ। 10 ਵਾਰ ਸਵੇਰੋਂ ਇਹ ਕਰਨੀ ਹੈ ਐਕਸਰਸਾਈਜ਼, 10 ਵਾਰ ਸ਼ਾਮ ਨੂੰ ਕਰਨੀ ਹੈ। ਦੂਜਾ ਕੰਪੋਨੈਂਟ ਇਹਦਾ ਹੁੰਦਾ ਹੈ ਸਾਈਡ ਤੋਂ, ਹੱਥ ਦੇ ਨਾਲ ਗਰਦਨ, ਸਿਰ 'ਤੇ ਹੱਥ ਰੱਖ ਕੇ ਹੱਥ ਸਿਰ ਨੂੰ ਪ੍ਰੈਸ ਕਰ ਰਿਹਾ, ਸਿਰ ਹੱਥ ਨੂੰ ਪ੍ਰੈਸ ਕਰ ਰਿਹਾ, ਰੋਕ ਰਿਹਾ, ਕਾਊਂਟਰ ਦੇ ਰਿਹਾ। ਇਹਦੇ ਨਾਲ ਸਾਈਡ ਵਾਲੀ ਮਸਲਸ ਟਾਈਟ ਹੋ ਜਾਂਦੀਆਂ ਨੇ। ਦੂਜੀ ਇਸ ਤਰੀਕੇ ਦੀ ਲੈਫਟ ਸਾਈਡ 'ਤੇ ਵੀ ਕਰਨੀ ਹੈ। ਫਿਰ ਚੌਥੀ ਹੈ ਫਰੰਟ ਤੋਂ, ਅਸੀਂ ਆਲ ਅਰਾਊਂਡ ਮਸਲ ਸਟਰੋਂਗ ਕਰ ਦੇਣੇ। ਫਿਰ ਅੱਗੇ ਵੀ ਹੱਥ ਰੱਖ ਕੇ ਐਂ ਜ਼ੋਰ ਨਾਲ ਦੱਬਣਾ, 30 ਤੱਕ ਕਾਊਂਟ ਕਰਨਾ, ਛੱਡ ਦੇਣਾ। ਇਹ 4 ਐਕਸਰਸਾਈਜ਼ਸ ਜੇ ਅਸੀਂ ਰੈਗੂਲਰਲੀ ਕਰਦੇ ਹਾਂ ਸਾਨੂੰ ਪ੍ਰੋਬਲਮ ਨਹੀਂ ਆਣੀ। ਹਫਤਾ ਇਹ ਐਕਸਰਸਾਈਜ਼ਸ ਕਰਕੇ 5th ਐਕਸਰਸਾਈਜ਼ ਹੈ ਉਹ ਹਫਤੇ ਬਾਅਦ ਸਟਾਰਟ ਕਰਨੀ ਹੈ। ਉਹਨੂੰ ਕਹਿੰਦੇ ਨੇ ਸ਼ੋਲਡਰ ਸ਼ਰਗਿੰਗ। ਅਸੀਂ ਬੈਠੇ ਹਾਂ ਜਾਂ ਖੜ੍ਹੇ ਹਾਂ, ਅਸੀਂ ਆਪਣੇ ਮੋਢੇ ਉੱਪਰ ਚੱਕ ਲੈਂਦੇ ਹਾਂ, ਜ਼ੋਰ ਨਾਲ 30 ਤੱਕ ਗਿਣਦੇ ਹਾਂ, ਫਿਰ ਨੀਚੇ ਛੱਡ ਦਿੰਦੇ। ਇਹਦੇ ਨਾਲ ਸਾਡੀਆਂ ਬੈਕ ਦੀਆਂ ਜਿਹੜੀਆਂ ਸਾਡੇ ਹੈਡ, ਸਿਰ ਨੂੰ ਪਕੜ ਕੇ ਰੱਖਦੀਆਂ ਨੇ, ਉਹ 5 ਮਸਲ ਸਟਰੋਂਗ ਹੋ ਜਾਣਗੀਆਂ। ਸਾਡੀ 100 ਚੋਂ 80 ਤੋਂ 85 ਪੇਸ਼ੈਂਟ ਆਪਦੀ ਇਹ ਐਕਸਰਸਾਈਜ਼ ਕਰਕੇ ਬਿਲਕੁਲ ਠੀਕ ਹੋ ਸਕਦੇ ਨੇ। ਪਲੱਸ ਇੱਕ ਪੋਸਚਰ, ਜਦੋਂ ਤੁਸੀਂ ਪੈਂਦੇ ਹੋ, ਜੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੈ, ਤੁਹਾਨੂੰ ਗਰਦਨ ਵਾਰ ਦਰਦ ਹੁੰਦਾ ਹੈ, ਪਤਲਾ ਜਾਂ ਇੱਕ ਹੈਂਡ ਟੋਵਲ ਫੋਲਡ ਕਰਕੇ ਗਰਦਨ ਥੱਲੇ ਰੱਖਣਾ ਹੈ। ਪਿੱਲੋ ਬਿਲਕੁਲ ਪਤਲਾ ਲੈਣਾ। ਪਿੱਲੋ ਦਾ ਵੀ ਬਹੁਤ, ਜਿਵੇਂ ਲੋਕ ਜਿਹੜੇ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਤਾਂ ਪਿੱਲੋ ਦਾ ਖਾਸ ਧਿਆਨ ਰੱਖਣਾ ਚਾਹੀਦਾ। ਤਾਂ ਉਹੀ ਕਈ ਕਨਫਿਊਜ਼ਨ ਰਹਿੰਦੀ ਵੀ ਕਿਸ ਤਰ੍ਹਾਂ ਦਾ ਜ਼ਿਆਦਾਤਰ ਵਧੀਆ ਰਹਿ ਸਕਦਾ। ਦੇਖੋ, ਕਿਸ ਤਰ੍ਹਾਂ ਦਾ ਪਿੱਲੋ ਨਹੀਂ ਲੈਣਾ। ਬਹੁਤ ਮੋਟਾ, ਬਹੁਤ ਹਾਰਡ, ਬਹੁਤ
ਜ਼ਿਆਦਾ ਜਿਹੜੇ ਬਲਕੀ ਪਿੱਲੋ ਹੁੰਦੇ ਨੇ ਉਹ ਤਾਂ ਬਿਲਕੁਲ ਨਹੀਂ ਲੈਣਾ, ਕਿਉਂਕਿ ਉਹਦੇ ਨਾਲ ਤੁਹਾਡੀ ਜਦੋਂ ਤੁਸੀਂ ਲੇਟਦੇ ਹੋ ਗਰਦਨ ਐ ਮੁੜੀ ਰਹਿੰਦੀ ਹੈ। ਗਰਦਨ ਦਾ ਜਿਹੜਾ ਨਾਰਮਲ ਪੋਸਚਰ ਹੈ ਉਹ ਪਿੱਛੇ ਗਰਦਨ 'ਚ ਥੋੜ੍ਹਾ ਜਿਹਾ ਵੱਲ ਪੈਣਾ ਚਾਹੀਦਾ, ਹਲਕਾ ਜਿਹਾ ਡੁੰਗ ਪੈਣਾ ਚਾਹੀਦਾ। ਉਹ ਡੁੰਗ ਨੂੰ ਮੇਨਟੇਨ ਕਰਨ ਲਈ ਇੱਕ ਤਰੀਕਾ ਹੁੰਦਾ ਕਿ ਤੁਸੀਂ ਹੈਂਡ ਟੋਵਲ ਜਿਹੜਾ ਅਸੀਂ ਯੂਜ਼ ਕਰਦੇ ਹਾਂ ਉਹਨੂੰ ਪਤਲਾ ਜਿਹਾ ਰੋਲ ਕਰਕੇ ਪੈਨ ਲੱਗੇ ਗਰਦਨ ਥੱਲੇ ਰੱਖ ਲਓ। ਇੱਕ ਤੁਸੀਂ ਪਤਲਾ ਜਿਹਾ ਪਿੱਲੋ ਸਿਰ ਥੱਲੇ ਰੱਖ ਸਕਦੇ ਹੋ। ਇਹ ਦੋ ਚੀਜ਼ਾਂ ਕਰ ਦੋਗੇ, ਤੁਹਾਡਾ ਜਿਹੜਾ ਪੈਨ ਵੇਲੇ ਪੋਸਚਰ ਹੈ ਗਰਦਨ ਦਾ ਬਿਲਕੁਲ ਠੀਕ ਰਹੂਗਾ, ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ। ਤੀਜੀ ਪ੍ਰੀਵੈਂਸ਼ਨ, ਤੁਸੀਂ ਲੌਂਗ ਟਰਮ ਅੱਗੇ ਝੁੱਕ ਕੇ ਕੋਈ ਕਿਤਾਬ ਪੜ੍ਹਨੀ ਹੈ, ਕੋਈ ਮੋਬਾਈਲ ਦੇਖਣਾ, ਉਹਨੂੰ ਅਵੋਇਡ ਕਰੋ। ਤੁਹਾਡਾ ਰਾਈਟ ਪੋਸਚਰ ਹੋਣਾ ਚਾਹੀਦਾ ਸਾਹਮਣੇ, ਠੀਕ ਹੈ ਨਾ। 1.5 ਤੋਂ 2 ਫੁੱਟ ਦੀ ਦੂਰੀ 'ਤੇ ਜੇ ਤੁਹਾਡੀ ਕਿਤਾਬ ਹੈਗੀ ਹੈ ਜਾਂ ਤੁਹਾਡਾ ਕੋਈ ਚੀਜ਼ ਹੈਗੀ ਹੈ ਤਾਂ ਤੁਸੀਂ ਉਹਨੂੰ ਆਰਾਮ ਨਾਲ ਬਹਿ ਕੇ ਦੇਖੋ ਕਰੋ, ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਕਦੇ ਨਹੀਂ ਆਏਗੀ। 30-35 ਮਿੰਟ ਤੋਂ ਬਾਅਦ ਵੱਧ ਤੋਂ ਵੱਧ 40 ਮਿੰਟ ਤੋਂ ਬਾਅਦ ਸੀਟਿੰਗ ਨਹੀਂ ਕਰਨੀ, ਚਾਹੇ 5 ਮਿੰਟ ਦਾ ਬ੍ਰੇਕ ਲਓ ਚਾਹੇ 10 ਮਿੰਟ ਦਾ ਬ੍ਰੇਕ ਲਓ, ਪਰ ਬ੍ਰੇਕ ਗਰਦਨ ਨੂੰ ਜ਼ਰੂਰ ਦੇਣੀ ਹੈ। ਇਹ ਸਾਰੀ ਚੀਜ਼ਾਂ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਘਰੇ ਹੀ ਆਪਦੀ ਸਰਵਾਈਕਲ ਦੀ ਪ੍ਰੋਬਲਮ ਦਾ ਟ੍ਰੀਟਮੈਂਟ ਕਰ ਸਕਦੇ ਹੋ। ਹਾਂ, ਜੇ ਕਿਸੇ ਨੂੰ ਗਰਦਨ ਦੇ ਦਰਦ ਦੇ ਨਾਲ ਨਾਲ ਚੱਕਰ ਆ ਰਹੇ ਨੇ, ਨਾਲੇ ਹੱਥ 'ਚ ਦਰਦ ਜਾ ਰਿਹਾ, ਹੱਥ 'ਚ ਸੁੰਨਪਨਾ ਜਾ ਰਿਹਾ, ਫਿਰ ਤੁਹਾਨੂੰ ਆਪਣੇ ਆਰਥੋਪੈਡਿਕ ਸਰਜਨ, ਸਪਾਈਨ ਸਰਜਨ ਸਾਨੂੰ ਸਾਡੇ ਕੋਲ ਆ ਕੇ ਚੈੱਕ ਕਰਾਉਣਾ ਪਊਗਾ। ਅਸੀਂ ਤੁਹਾਡਾ ਐਕਸਰੇ ਕਰਾਵਾਂਗੇ, ਸਾਨੂੰ ਐਕਸਰੇ ਤੇ 70% ਪੇਸ਼ੈਂਟ ਦੀ ਡਾਇਗਨੋਸਿਸ ਪਤਾ ਲੱਗ ਜਾਂਦੀ ਹੈ। ਜੇ ਸੁੰਨਪਨਾ ਵੀ ਹੈਗਾ ਨਾਲ ਫਿਰ ਸਾਨੂੰ MRI ਕਰਾਉਣੀ ਪੈਂਦੀ ਹੈ। 93% ਪੇਸ਼ੈਂਟ ਜਿਹੜੇ ਹੈਗੇ ਆ ਉਹ ਮੈਡੀਸਨਸ ਤੇ ਐਕਸਰਸਾਈਜ਼ ਨਾਲ ਠੀਕ ਹੋ ਜਾਣਗੇ। ਬਿਲਕੁਲ 6 ਤੋਂ 7% ਲੋਕ ਹੀ ਨੇ ਜਿਨ੍ਹਾਂ ਨੂੰ ਅੱਗੇ ਕੋਈ ਇੰਟਰਵੈਂਸ਼ਨ ਦੀ ਲੋੜ ਪੈਂਦੀ। ਸਰਵਾਈਕਲ ਦੀ ਪ੍ਰੋਬਲਮ ਕਿਉਰੇਬਲ ਪ੍ਰੋਬਲਮ ਹੈ, ਪ੍ਰੀਵੈਂਟੇਬਲ ਪ੍ਰੋਬਲਮ ਹੈ। ਤੁਸੀਂ ਆਪਦੀ ਇਹ ਪ੍ਰੋਬਲਮ ਨੂੰ ਪ੍ਰੀਵੈਂਟ ਕਰ ਸਕਦੇ ਹੋ, ਹੋਣ ਹੀ ਨਹੀਂ ਦੇ ਸਕਦੇ। ਜੇ ਹੈਗੀ ਹੈ ਤਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਕਰਾ ਕੇ ਇਹਦਾ ਪ੍ਰੋਪਰ ਟ੍ਰੀਟਮੈਂਟ ਕਰਾਉਂਗੇ, ਇਹਨੇ ਮੁੜ ਕੇ ਤੰਗ ਨਹੀਂ ਕਰਨਾ। ਜੀ ਬਿਲਕੁਲ। ਤਾਂ ਇਸ ਦੇ ਨਾਲ ਹੀ ਸਰ ਸਰਵਾਈਕਲ ਦਾ ਤਾਂ ਤੁਸੀਂ ਦੱਸਤਾ ਵੀ ਕਿਵੇਂ ਡਿਟੇਲ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ, ਐਕਸਰਸਾਈਜ਼ ਜਿਹੜੀਆਂ ਨੇ ਕਿਹੜੀਆਂ ਫੋਲੋ ਕਰਨੀਆਂ ਚਾਹੀਦੀਆਂ ਨੇ। ਤਾਂ ਕੈਲਸ਼ੀਅਮ ਦਾ ਵੀ ਕੋਈ ਰਿਲੇਸ਼ਨ ਇਸ ਦੇ ਨਾਲ ਬਣਦਾ, ਕਿਉਂਕਿ ਲੋਕ ਜਿਹੜੇ ਨੇ ਪਤਾ ਤਾਂ ਹੁੰਦਾ ਚੀਜ਼ਾਂ ਬਾਰੇ, ਬਟ ਤੁਸੀਂ ਡਿਟੇਲਸ ਦੇ ਵਿੱਚ ਜਿਹੜਾ ਦੱਸ ਸਕਦੇ ਹੋ। ਡੈਫੀਨੇਟਲੀ ਕੈਲਸ਼ੀਅਮ ਦਾ ਬੜਾ ਰੋਲ ਹੁੰਦਾ ਹੈ ਸਾਡੀ ਮਸਕੂਲੋਸਕੈਲੇਟਲ ਦੇ ਵਿੱਚ, ਮਸਲਸ ਦੀ ਵੀਕਨੈਸ ਜਾਂ ਬੋਨਸ ਦੀ ਵੀਕਨੈਸ ਦੇ ਵਿੱਚ ਕੈਲਸ਼ੀਅਮ ਦਾ ਬੜਾ ਮੇਜਰ ਰੋਲ ਹੁੰਦਾ ਹੈ। ਜਿੰਨੇ ਵੀ ਪੇਸ਼ੈਂਟ ਸਰਵਾਈਕਲ ਦੇ ਆਉਂਦੇ ਨੇ ਜਾਂ ਬੈਕ ਏਕ ਦੇ ਆਉਂਦੇ ਨੇ, ਉਹਨਾਂ ਦੇ ਵਿੱਚ ਡਾਈਟਰੀ ਡੈਫੀਸ਼ੀਐਂਸੀ ਹੁੰਦੀ ਹੈ ਕੈਲਸ਼ੀਅਮ ਦੀ। ਮੈਂ ਤੁਹਾਨੂੰ ਵੀ ਪੁੱਛੂੰਗਾ, ਤੁਸੀਂ ਵੀ ਆਪਦੀ ਇਨਸਫੀਸ਼ੀਐਂਟ ਡਾਈਟ ਲੈ ਰਹੇ ਹੋ ਕੈਲਸ਼ੀਅਮ ਦੀ। ਸਾਨੂੰ ਦੁੱਧ ਦਾ ਗਲਾਸ ਸਵੇਰੋਂ ਸ਼ਾਮ 2 ਟਾਈਮ, ਇੱਕ ਸਵੇਰੋਂ ਇੱਕ ਸ਼ਾਮ ਨੂੰ ਜ਼ਰੂਰ ਲੈਣਾ ਚਾਹੀਦਾ ਹੈ। ਜੇ ਅਸੀਂ ਇੰਨਾ ਸਫੀਸ਼ੀਐਂਟ ਕੈਲਸ਼ੀਅਮ ਨਹੀਂ ਲੈ ਰਹੇ, ਡਾਈਟਰੀ ਕੈਲਸ਼ੀਅਮ ਨਹੀਂ ਲੈ ਰਹੇ, ਤਾਂ ਸਾਨੂੰ ਐਕਸਟਰਾ ਕੈਲਸ਼ੀਅਮ ਲੈਣਾ ਪਏਗਾ ਇਨ ਦੀ ਫਾਰਮ ਆਫ ਮੈਡੀਸਿਨਸ। ਉਹ ਜਿਹੜੀ ਟੈਬਲੇਟਸ ਹੁੰਦੀਆਂ ਨੇ, ਕੈਲਸ਼ੀਅਮ ਵਿਟਾਮਿਨ ਡੀ ਟੈਬਲੇਟਸ ਹੁੰਦੀਆਂ ਨੇ, ਉਹ ਤੁਹਾਡੀ ਮਸਲਸ ਨੂੰ, ਤੁਹਾਡੀ ਬੋਨਸ ਨੂੰ ਸਟਰੋਂਗ ਬਣਾਉਂਦੀਆਂ ਨੇ, ਜਿਹਦੇ ਨਾਲ ਵਾਰ ਸਰਵਾਈਕਲ ਦੀ ਪ੍ਰੋਬਲਮ ਨਹੀਂ ਆਉਂਦੀ। ਤਾਂ ਸਰ ਮੈਸੇਜ ਕੀ ਦੇਣਾ ਚਾਹੁੰਦੇ ਹੋ, ਕੀ ਐਡਵਾਈਸ ਦੇਣਾ ਚਾਹੁੰਦੇ ਹੋ ਉਹਨਾਂ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ, ਤਾਂ ਕਿਸ ਤਰ੍ਹਾਂ ਉਹਨੂੰ ਡਾਇਗਨੋਸ ਕਰਕੇ ਤੁਹਾਡੇ ਨਾਲ ਜਿਹੜਾ ਕੰਸਲਟ ਕਰ ਸਕਣ? ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਤੁਸੀਂ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਪ੍ਰੀਵੈਂਟੇਬਲ ਪ੍ਰੋਬਲਮ ਹੈ, ਪਹਿਲਾਂ ਤੋਂ ਤੁਸੀਂ ਜਿਹੜੇ ਅਸੀਂ ਤੁਹਾਨੂੰ ਪ੍ਰੀਵੈਂਟਿਵ ਮੈਸੇਜ ਦੱਸੇ ਨੇ ਕਿ ਤੁਸੀਂ ਆਪਣਾ ਪੋਸਚਰ ਕੰਟਰੋਲ ਕਰਨਾ ਹੈ, ਪੈਨ ਲੱਗੇ ਪਤਲਾ ਪਿੱਲੋ ਯੂਜ਼ ਕਰਨਾ ਹੈ, ਇੱਕ ਛੋਟਾ ਜਿਹਾ ਟਾਵਲ ਆਪਣੇ ਗਰਦਨ ਥੱਲੇ ਰੱਖਣਾ ਹੈ, ਤੇ ਸਰਵਾਈਕਲ ਦੀ ਐਕਸਰਸਾਈਜ਼ਸ ਰੈਗੂਲਰਲੀ ਕਰੀ ਜਾਣੀ ਹੈ। ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਕਦੇ ਨਹੀਂ ਆਏਗੀ। ਪ੍ਰੀਵੈਂਟ ਕਰਨਾ ਹੈ, ਪਹਿਲਾਂ ਤਾਂ ਅਸੀਂ ਇਹ ਪ੍ਰੋਬਲਮ ਹੋਣ ਹੀ ਨਹੀਂ ਦੇਣੀ। ਬਾਈ ਚਾਂਸ ਸਾਡੀ ਕੋਈ ਜੋਬ ਇਹੋ ਜਿਹੀ ਹੈ ਜਿਹ 'ਚ ਸਾਨੂੰ ਜ਼ਿਆਦਾ ਦੇਰ ਬੈਠਣਾ ਪੈਂਦਾ ਹੈ, ਤਾਂ ਸਾਨੂੰ ਉਹਦੇ ਚੋਂ ਪਿੱਛੋਂ 40 ਮਿੰਟ ਬਾਅਦ 5 ਤੋਂ 10 ਮਿੰਟ ਦੀ ਬ੍ਰੇਕ ਲੈਣੀ ਹੈ। ਅਸੀਂ ਰੈਗੂਲਰਲੀ ਐਕਸਰਸਾਈਜ਼ ਕਰਨੀ ਹੈ, ਮਾਰਨਿੰਗ ਈਵਨਿੰਗ। ਇਹ ਜਿਹੜੀ ਐਕਸਰਸਾਈਜ਼ ਦੱਸੀਆਂ ਨੇ ਮੈंने 5, ਉਹ ਰੈਗੂਲਰਲੀ ਕਰਨੀਆਂ ਨੇ। ਫਿਰ ਵੀ ਸਾਡੀ ਸਰਵਾਈਕਲ ਦੀ ਪ੍ਰੋਬਲਮ ਕਿਉਰ ਨਹੀਂ ਹੋ ਰਹੀ, ਸਾਨੂੰ ਪ੍ਰੋਬਲਮ ਆ ਰਹੀ ਹੈ, ਤਾਂ ਸਾਡੇ ਕੋਲ ਆਉਣਾ ਹੈ। ਅਸੀਂ ਤੁਹਾਡੀ ਡਾਇਗਨੋਸਿਸ ਬਣਾਵਾਂਗੇ, ਕੈਲਸ਼ੀਅਮ ਸਪਲੀਮੈਂਟ ਸਟਾਰਟ ਕਰਾਂਗੇ, ਉਹਦੇ ਨਾਲ ਤੁਹਾਡੀ ਸਰਵਾਈਕਲ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ। ਇਹ ਟਾਈਮਲੀ ਅਸੀਂ ਇਹਨੂੰ ਠੀਕ ਕਰਾ ਲੈਂਦੇ ਹਾਂ, ਇਹ ਸਾਨੂੰ ਵਾਰੀ-ਵਾਰ ਤੰਗ ਨਹੀਂ ਕਰਦੀ। ਇਸ ਕਰਕੇ ਪ੍ਰੀਵੈਂਸ਼ਨ ਇਜ਼ ਬੈਸਟ। ਪਰ ਜੇ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਸਾਡੇ ਕੋਲ ਆ ਸਕਦੇ ਹੋ, ਅਸੀਂ ਤੁਹਾਡੀ ਇਹ ਡਾਇਗਨੋਸ ਕਰਕੇ ਪ੍ਰੋਬਲਮ ਇਹਨੂੰ ਬਿਲਕੁਲ ਕਿਉਰ ਕਰਦਾ। ਤਾਂ ਇਹ ਸਾਡੇ ਨਾਲ ਪ੍ਰੋ ਲਾਈਫ ਤੋਂ ਡਾਕਟਰ ਮਨੀਸ਼ ਗੋਇਲ ਜਿਹੜੇ ਸੀ ਉਹ ਮੌਜੂਦ ਸੀ, ਜਿਨ੍ਹਾਂ ਨੇ ਬਹੁਤ ਖਾਸ ਤਰੀਕੇ ਜਿਹੜੇ ਨੇ ਦੱਸੇ ਨੇ, ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੈ ਠੀਕ ਕਰ ਸਕਦੇ ਹੋ। ਫਿਰ ਵੀ ਅਗਰ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀਂ ਇੱਥੇ ਆ ਕੇ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਐਡਵਾਈਸ ਲੈ ਸਕਦੇ ਹੋ, ਕੰਸਲਟ ਕਰ ਸਕਦੇ ਹੋ ਡਾਕਟਰਸ ਦੇ ਨਾਲ। ਡਾਕਟਰਸ ਜਿਹੜੇ ਨੇ ਕਾਫੀ ਸਪੈਸ਼ਲਿਸਟ ਜਿਹੜੇ ਇੱਥੇ ਤੁਹਾਨੂੰ ਮਿਲਣਗੇ। ਤੁਹਾਨੂੰ ਕੋਈ ਦਿੱਕਤ ਆਉਂਦੀ ਹੈ, ਘਰ ਕਿਉਰ ਕਰਨ ਤੋਂ ਬਾਅਦ ਅਗਰ ਫਿਰ ਵੀ ਦਿੱਕਤ ਆਉਂਦੀ ਤਾਂ ਤੁਸੀਂ ਇਹਨਾਂ ਨੂੰ ਇੱਥੇ ਆ ਕੇ ਮਿਲ ਸਕਦੇ ਹੋ। ਤਾਂ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਮੈਂ ਪ੍ਰਬਲੀਨ ਕੌਰ।